ਦੋਸਤੋ, ਇਸ ਕਹਾਣੀ ਦਾ ਸਹੀ ਮਜ਼ਾ ਲੈਣ ਲਈ ਹੈੱਡਫੋਨਸ ਜ਼ਰੂਰ ਲਗਾਓ। ਇਹ ਸੱਚੀ ਘਟਨਾ ਹੈ ਜਿਸ ਨੂੰ ਆਪਣੀ ਅੱਖਾਂ ਦੇ ਸਾਹਮਣੇ ਘਟਦਾ ਹੋਇਆ ਮਹਿਸੂਸ ਕਰੋ। ਤਾਂ ਫਿਰ ਦੇਰੀ ਨਾ ਕਰਦੇ ਹੋਏ ਸ਼ੁਰੂ ਕਰਦੇ ਹਾਂ ਇਸ ਕਹਾਣੀ ਨੂੰ। ਦੋਸਤੋ, ਕਦੇ-ਕਦੇ ਕੁਝ ਚੰਗੇ ਇਨਸਾਨ ਮਰਨ ਦੇ ਬਾਅਦ ਵੀ ਆਪਣੀ ਚੰਗਿਆਈਆਂ ਨੂੰ ਨਹੀਂ ਭੁੱਲਦੇ ਹਨ। ਅੱਜ ਦੀ ਇੱਕ ਅਨੋਖੀ ਕਹਾਣੀ ਵੀ ਕੁਝ ਐਸੀ ਹੀ ਹੈ। ਆਓ ਸੁਣਦੇ ਹਾਂ। ਦਿਲ ਤੋਂ ਉਮੀਦ ਕਰਦੇ ਹਾਂ ਤੁਹਾਨੂੰ ਇਹ ਕਹਾਣੀ ਪਸੰਦ ਆਊਗੀ। ਬਹੁਤ ਸਮੇਂ ਪਹਿਲੇ ਦੀ ਗੱਲ ਹੈ। ਖੁਨੀਆ ਗਾਂव ਦੇ 8-10 ਲੋਕਾਂ ਦੀ ਇੱਕ ਮੰਡਲੀ ਦਰਸ਼ਨ ਹੇਤੂ ਇੱਕ ਕਾਲੀ ਮਾਤਾ ਦੇ ਮੰਦਰ ਨੂੰ ਗਈ ਸੀ। ਕਾਲੀ ਦਾ ਇਹ ਮੰਦਰ ਇੱਕ ਜੰਗਲ ਵਿੱਚ ਸੀ, ਪਰ ਆਸ-ਪਾਸ ਵਿੱਚ ਬਹੁਤ ਸਾਰੀ ਦੁਕਾਨਾਂ, ਧਰਮਸ਼ਾਲਾ ਆਦਿ ਵੀ ਸੀ। ਕੱਚੀ ਪੱਕੀ ਸੜਕਾਂ ਵੀ ਬਣੀਆਂ ਹੋਈਆਂ ਸੀ, ਪਰ ਘਣੇ ਉੱਗੇ ਜੰਗਲੀ ਪੇੜ ਪੌਦੇ ਇਸ ਨੂੰ ਜੰਗਲ ਹੋਣ ਦਾ ਭਾਨ ਕਰਾਉਂਦੇ ਸੀ। ਇਹ ਕਾਲੀ ਮੰਦਰ ਬਹੁਤ ਹੀ ਸ਼ਰਧਾ ਦਾ ਸਥਾਨ ਮੰਨਿਆ ਜਾਂਦਾ ਸੀ। ਇੱਥੇ ਹਰ ਸਮੇਂ ਭਗਤਾਂ ਦੀ ਭੀੜ ਲੱਗੀ ਰਹਿੰਦੀ ਸੀ, ਪਰ ਮੰਦਰ ਦੇ ਅੰਦਰ ਜਾਣ ਦਾ ਸਮਾਂ ਸਵੇਰ 8 ਵਜੇ ਤੋਂ ਰਾਤ 8 ਵਜੇ ਤੱਕ ਹੀ ਸੀ। ਭਗਤਾਂ ਦੀ ਉਮੜ ਦੀ ਭੀੜ ਨੂੰ ਦੇਖਦੇ ਹੋਏ ਮੰਦਰ ਵਿੱਚ ਮੁੱਖ ਦਰਵਾਜ਼ੇ ਦੇ ਇਲਾਵਾ ਇੱਕ ਹੋਰ ਦਰਵਾਜ਼ਾ ਖੋਲ੍ਹ ਦਿੱਤਾ ਗਿਆ ਸੀ, ਤਾਂ ਕਿ ਭਗਤ ਜਨ ਮੁੱਖ ਦਰਵਾਜ਼ੇ ਤੋਂ ਦਰਸ਼ਨ ਕਰਨ ਦੇ ਲਈ ਪ੍ਰਵੇਸ਼ ਕਰਨ ਅਤੇ ਦੂਸਰੇ ਦਰਵਾਜ਼ੇ ਤੋਂ ਨਿਕਲ ਜਾਣ। ਖੂਨੀਆ ਗਾਂव ਦੀ ਮੰਡਲੀ ਸ਼ਾਮ ਨੂੰ 6 ਵਜੇ ਦਰਸ਼ਨ ਦੇ ਲਈ ਮੰਦਰ ਪਹੁੰਚੀ ਅਤੇ ਦਰਸ਼ਨ ਕਰਨ ਦੇ ਬਾਅਦ ਮੰਦਰ ਦੇ ਆਸ-ਪਾਸ ਘੁੰਮ ਕੇ ਉੱਥੇ ਲੱਗੇ ਮੇਲੇ ਦਾ ਆਨੰਦ ਲੈਣ ਲੱਗੀ। ਮੇਲੇ ਵਿੱਚ ਘੁੰਮਦੇ ਘੁਮਾਉਂਦੇ ਇਹ ਮੰਡਲੀ ਆਪਣੇ ਨਿਰਭੈਪਨ ਦਾ ਪਰਿਚੈ ਦਿੰਦੇ ਹੋਏ ਜੰਗਲ ਵਿੱਚ ਥੋੜ੍ਹਾ ਦੂਰ ਨਿਕਲ ਗਈ। ਰਾਤ ਹੋਣ ਲੱਗੀ ਸੀ। ਮੰਡਲੀ ਦਾ ਕੋਈ ਵਿਅਕਤੀ ਕਹਿਣ ਲੱਗਾ ਕਿ ਹੁਣ ਵਾਪਸ ਚਲਦੇ ਹਾਂ, ਕੱਲ੍ਹ ਦਿਨ ਵਿੱਚ ਘੁੰਮ ਲਵਾਂਗੇ। ਪਰ ਬਾਕੀ ਨੇ ਕਿਹਾ, ਡਰ ਰਹੇ ਹੋ ਕਿ ਇੰਨੇ ਲੋਕ ਹਾਂ, ਥੋੜ੍ਹਾ ਹੋਰ ਅੰਦਰ ਚਲਦੇ ਹਾਂ, ਫਿਰ ਵਾਪਸ ਆ ਜਾਵਾਂਗੇ। ਧੀਰੇ ਧੀਰੇ ਇਹ ਮੰਡਲੀ ਉਸ ਜੰਗਲ ਵਿੱਚ ਕਾਫੀ ਅੰਦਰ ਚਲੀ ਗਈ। ਰਾਤ ਦੇ ਹਨੇਰੇ ਵਿੱਚ ਇਹ ਮੰਡਲੀ ਨੂੰ ਰਾਸਤਾ ਵੀ ਨਹੀਂ ਸੁੱਝ ਰਿਹਾ ਸੀ ਅਤੇ ਨਾ ਹੀ ਮੰਦਰ ਦੇ ਆਸ-ਪਾਸ ਜਲਦੀ ਕੋਈ ਰੋਸ਼ਨੀ ਹੀ ਦਿਖ ਰਹੀ ਸੀ। ਹੁਣ ਮੰਡਲੀ ਇਹ ਸਮਝ ਨਹੀਂ ਪਾ ਰਹੀ ਸੀ ਕਿ ਕਿਸ ਔਰ ਚਲੀਏ। ਮੰਡਲੀ ਦੇ ਇੱਕ ਵਿਅਕਤੀ ਨੇ ਆਪਣੀ ਜੇਬ 'ਚੋਂ ਮਾਚਿਸ ਕੱਢੀ ਅਤੇ ਚੂਲ੍ਹੇ ਵਿੱਚ ਰੱਖੇ ਕੁਝ ਕਾਗਜ਼ਾਂ ਨੂੰ ਜਲਾ ਕੇ ਰੋਸ਼ਨੀ ਕਰ ਦਿੱਤੇ। ਮਗਰ ਇਹ ਕੀ, ਰੋਸ਼ਨੀ ਵਿੱਚ ਉਸ ਮੰਡਲੀ ਨੇ ਜੋ ਕੁਝ ਦੇਖਿਆ ਉਹ ਬਹੁਤ ਹੀ ਭਿਆਨਕ ਸੀ। ਆਸ-ਪਾਸ ਕੁਝ ਨਰਕੰਕਾਲ ਵੀ ਨਜ਼ਰ ਆ ਰਹੇ ਸੀ ਅਤੇ ਪੇੜ ਪੌਦਿਆਂ ਦੇ ਕੁਝ ਅਜੀਬ ਤਰ੍ਹਾਂ ਦੇ ਡਰਾਵਨੇ ਜੀਵ ਜੰਤੂ ਇਸ ਮੰਡਲੀ ਨੂੰ ਘੂਰਦੇ ਹੋਏ ਨਜ਼ਰ ਆ ਰਹੇ ਸੀ। ਹੁਣ ਤਾਂ ਇਸ ਮੰਡਲੀ ਦੇ ਸਭੀ ਲੋਕ ਪੂਰੀ ਤਰ੍ਹਾਂ ਚੁੱਪ ਸੀਗੇ। ਕੋਈ ਕੁਝ ਬੋਲਣ ਦੀ ਹਿੰਮਤ ਨਹੀਂ ਕਰ ਰਿਹਾ ਸੀ, ਪਰ ਹਾਂ, वे लोग धीरे धीरे एक दूसरे के काफ़ी करीब आके चिपक गए सी। फिर किसी ने थोड़ी हिम्मत करके कागज़ की बुझदी अग नूं उत्थे पए हुए सुखे घास फूस नूं पा के फिर अग थोड़ी तेज कर दी। मंडली ने मन ही मन निश्चय किया सी कि हुण किते भी जाना खतरे तो खाली नहीं है, क्योंकि ये लोग रास्ता भी भुल गए सी अते उन्हां नूं समझ भी नहीं आ रहा सी कि किस ओर जाइए। इस ਲਈ ਉਹਨਾਂ ਲੋਕਾਂ ਨੇ ਫੁਸਫੁਸਾ ਕੇ ਨਿਰਣੇ ਲਿਆ ਕਿ ਅੱਜ ਦੀ ਰਾਤ ਕਿਵੇਂ ਵੀ ਕਰਕੇ ਇੱਥੇ ਹੀ ਗੁਜ਼ਾਰਾਂਗੇ ਅਤੇ ਸਵੇਰ ਹੁੰਦੇ ਹੀ ਇੱਥੋਂ ਨਿਕਲ ਜਾਵਾਂਗੇ। ਕਿਉਂਕਿ ਇਹ ਲੋਕ ਪਿੰਡ ਦੇ ਸੀ ਅਤੇ ਇਹਨਾਂ ਲੋਕਾਂ ਦਾ ਭੂਤਾਂ ਪ੍ਰੇਤਾਂ ਦੇ ਨਾਲ ਕਈ ਵਾਰ ਸਾਹਮਣਾ ਹੋ ਚੁੱਕਿਆ ਸੀ, ਇਸ ਲਈ ਥੋੜ੍ਹੇ ਡਰੇ ਹੋਏ ਤਾਂ ਸੀ, ਪਰ ਇੰਨਾ ਵੀ ਨਹੀਂ ਕਿ ਇਹ ਡਰ ਕੇ ਰੌਲਾ ਪਾਉਣ ਲੱਗ ਪੈਣ ਜਾਂ ਭੱਜਣਾ ਸ਼ੁਰੂ ਕਰ ਦੇਣ। इस मंडली ने हिम्मत दिखाई ਅਤੇ ਧੀਰੇ ਧੀਰੇ ਕਰਕੇ ਅੱਗ ਨੂੰ ਹੋਰ ਤੇਜ਼ ਕਰਨ ਲੱਗੇ, ਕਿਉਂਕਿ ਹੁਣ ਇਸ ਮੰਡਲੀ ਨੂੰ ਲੱਗਣ ਲੱਗਾ ਸੀ ਕਿ ਜ਼ਰੂਰ ਇੱਥੇ ਬਹੁਤ ਸਾਰੀਆਂ ਬੁਰੀਆਂ ਆਤਮਾਵਾਂ ਹਨ ਅਤੇ ਇਹ ਇਸ ਮੰਡਲੀ ਨੂੰ ਆਪਣੀ ਚਪੇਟ ਵਿੱਚ ਲੈਣਾ ਚਾਹੁੰਦੀਆਂ ਹਨ। ਪਰ ਉੱਥੋਂ ਦੀ ਆਬੋ ਹਵਾ ਦੇਖ ਕੇ ਇਹ ਗਵਈ ਮੰਡਲੀ ਪੂਰੀ ਤਰ੍ਹਾਂ ਡਰ ਗਈ ਅਤੇ ਅੰਦਰ ਤੋਂ ਪਸੀਨੇ ਪਸੀਨੇ ਵੀ ਹੋ ਗਈ ਸੀ, ਪਰ ਇਸ ਡਰ ਨੂੰ ਚਿਹਰੇ 'ਤੇ ਨਹੀਂ ਲਾਉਣਾ ਚਾਹੁੰਦੇ ਸੀ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਡਰੇ ਤਾਂ ਮਰੇ ਅਤੇ ਡਰੇ ਹੋਏ ਲੋਕਾਂ ਨੂੰ ਇਹ ਬੁਰੀ ਆਤਮਾਵਾਂ ਹੋਰ ਵੀ ਜ਼ਿਆਦਾ ਅਸਰ ਕਰਦੀਆਂ ਹਨ। ਮੰਡਲੀ ਦੇ ਕੁਝ ਲੋਕਾਂ ਨੇ ਇੱਕ ਦੂਸਰੇ ਦਾ ਹੱਥ ਕੱਸ ਕੇ ਫੜ ਲਏ ਸੀ ਅਤੇ ਪੂਰੀ ਤਰ੍ਹਾਂ ਤੋਂ ਸਤਰਕ ਹੋ ਗਏ ਸੀ। ਕੁਝ ਲੋਕਾਂ ਨੇ ਹਨੂਮਾਨ ਚਾਲੀਸਾ ਦੀ ਪੜ੍ਹਨਾ ਅਤੇ ਹਨੂਮਾਨ ਜੀ ਦਾ ਜੈਕਾਰਾ ਵੀ ਸ਼ੁਰੂ ਕਰ ਦਿੱਤਾ ਸੀ, ਤਾਂ ਕੁਝ ਲੋਕ ਉਸ ਜੰਗਲ ਦੀ ਕਾਲੀ ਮਾਤਾ ਦੀ ਦੁਹਾਈ ਦੇ ਰਹੇ ਸੀ। ਅਚਾਨਕ ਇੱਕ ਭਿਆਨਕ ਆਤਮਾ ਉਹਨਾਂ ਦੇ ਸਾਹਮਣੇ ਪ੍ਰਗਟ ਹੋ ਗਈ ਅਤੇ ਰੌਦਰ ਰੂਪ ਵਿੱਚ ਉੱਚੀ ਆਵਾਜ਼ ਵਿੱਚ ਹੱਸਣ ਲੱਗੀ। ਉਸ ਸਮੇਂ
ਦਾ ਮਾਹੌਲ ਹੋਰ ਵੀ ਭਿਆਨਕ ਹੋ ਗਿਆ। ਹੁਣ ਇਸ ਮੰਡਲੀ ਦੇ ਪਸੀਨੇ ਚਿਹਰੇ ਤੇ ਦਿਖਣ ਲੱਗੇ, ਚਿਹਰੇ ਲਾਲ ਹੋਣਾ ਸ਼ੁਰੂ ਹੋ ਗਏ ਸੀ ਅਤੇ ਇਹ ਲੋਕ ਔਰ ਕਸ ਕੇ ਇੱਕ ਦੂਸਰੇ ਦੇ ਕਰੀਬ ਆ ਗਏ ਸੀ। ਹੁਣੇ ਉਹ ਰੌਦਰ ਆਤਮਾ ਚੀਕਾਂ ਮਾਰ ਕੇ ਪੂਰੇ ਵਾਤਾਵਰਨ ਨੂੰ ਹੋਰ ਵੀ ਭਿਆਨਕ ਬਣਾਏ। ਉਸੇ ਵੇਲੇ ਉੱਥੇ ਕੁਝ ਹੋਰ ਭਿਆਨਕ ਆਤਮਾਵਾਂ ਆ ਗਈਆਂ। ਹੁਣ ਤਾਂ ਇਸ ਮੰਡਲੀ ਦੀ ਸਿੱਟੀ ਪਿੱਟੀ ਗੁੰਮ ਹੋ ਗਈ। ਹੁਣ ਇਹਨਾਂ ਲੋਕਾਂ ਨੂੰ ਆਪਣਾ ਕਾਲ ਆਪਣੇ ਸਾਹਮਣੇ ਦਿਖ ਰਿਹਾ ਸੀ। ਹੁਣ ਉੱਥੇ ਇੱਕ ਨਹੀਂ ਲਗਭਗ 5-6 ਆਤਮਾਵਾਂ ਆ ਗਈਆਂ ਸੀ ਅਤੇ ਆਪਣੀ ਅਜੀਬ ਹਰਕਤਾਂ ਤੋਂ ਮਾਹੌਲ ਨੂੰ ਪੂਰੀ ਤਰ੍ਹਾਂ ਭਿਆਨਕ ਬਣਾ ਕੇ ਰੱਖ ਦਿੱਤਾ ਸੀ। ਮੰਡਲੀ ਦੇ ਇੱਕ ਵਿਅਕਤੀ ਨੇ ਹਿੰਮਤ ਕਰਕੇ ਕਿਹਾ, ਅਗਰ ਮਰਨਾ ਹੀ ਹੈ ਤਾਂ ਇਹਨਾਂ ਦਾ ਸਾਹਮਣਾ ਕਰਕੇ ਮਰਾਂਗੇ। ਜਿਸ ਦੇ ਵੀ ਕੋਲ ਚਾਕੂ ਆਦਿ ਹੈ ਕੱਢ ਲਓ ਅਤੇ ਡੰਡੇ ਆਦਿ ਹੈ ਉਹ ਤਿਆਰ ਹੋ ਜਾਓ ਸਾਹਮਣਾ ਕਰਨ ਵਾਸਤੇ। ਦਰਅਸਲ ਉਸ ਸਮੇਂ ਲੋਕ ਆਪਣੀ ਜੇਬ ਵਿੱਚ ਛੋਟਾ ਜਿਹਾ ਚਾਕੂ ਆਦਿ ਵੀ ਰੱਖਦੇ ਸੀ ਅਤੇ ਕੁਝ ਲੋਕ ਬਰਾਬਰ ਸੋਟੇ ਲਿਆ ਰਹਿੰਦੇ ਸੀ। ਇਸ ਮੰਡਲੀ ਦੇ 2 ਲੋਕਾਂ ਦੇ ਕੋਲ ਵੀ ਸੋਟੀ ਅਤੇ 3 ਦੇ ਕੋਲ ਚਾਕੂ ਸੀ। ਹੁਣ ਸਭ ਪੂਰੀ ਤਰ੍ਹਾਂ ਮੁਕਾਬਲਾ ਕਰਨ ਲਈ ਤਿਆਰ ਹੋ ਗਏ ਸੀ, ਪਰ ਸ਼ਾਇਦ ਇਹਨਾਂ ਨੂੰ ਲੜਨ ਦੀ ਨੌਬਤ ਨਹੀਂ ਆਈ। ਹੋਇਆ ਇਸ ਤਰ੍ਹਾਂ ਕਿ ਜਿਵੇਂ ਹੀ ਇੱਕ ਭਿਆਨਕ ਆਤਮਾ ਨੇ ਇਹਨਾਂ ਤੇ ਹਮਲਾ ਕੀਤਾ, ਉਸ ਦਾ ਸਰ ਕੱਟ ਕੇ ਅਲੱਗ ਗਿਰ ਗਿਆ ਅਤੇ ਉਹ ਬਿਨਾਂ ਸਰ ਦੇ ਖੂਬ ਤੇਜ਼ ਭੱਜ ਗਈ ਅਤੇ ਉਸ ਦਾ ਸਰ ਵੀ ਭੱਜ ਗਿਆ। ਹੁਣ ਮਾਹੌਲ ਇੱਕਦਮ ਤੋਂ ਭਿਆਨਕ ਰਣਮय ਹੋ ਗਿਆ ਸੀ, ਕਿਉਂਕਿ ਇੱਕ ਤੇਜਵਾਨ ਵਿਅਕਤੀ ਜੋ ਕੋਈ ਸਾਧੂ ਜੈਸਾ ਦਿਖ ਰਿਹਾ ਸੀ ਅਤੇ ਕੇਵਲ ਧੋਤੀ ਪਹਿਨੇ ਹੋਏ ਸੀਗਾ, ਹੱਥ ਵਿੱਚ ਤਲਵਾਰ ਲਏ ਇਹਨਾਂ ਬੁਰੀ ਆਤਮਾਵਾਂ ਨੂੰ ਕੱਟੇ ਹੀ ਜਾ ਰਿਹਾ ਸੀਗਾ। ਵੇਖਦੇ ਹੀ ਵੇਖਦੇ ਉਸਨੇ ਸਾਰੀ ਬੁਰੀ ਆਤਮਾਵਾਂ ਨੂੰ ਵੱਢ ਕੇ ਰੱਖ ਦਿੱਤਾ ਸੀ। ਪਰ ਗੌਰ ਕਰਨ ਵਾਲੀ ਗੱਲ ਇਹ ਸੀ ਕਿ ਕੋਈ ਵੀ ਆਤਮਾ ਮਰੀ ਨਹੀਂ, ਪਰ ਸਭ ਚੀਕਦੇ ਹੋਏ ਅਜੀਬ ਆਵਾਜ਼ਾਂ ਕਰਦੇ ਹੋਏ ਉੱਥੋਂ ਭੱਜ ਨਿਕਲੀਆਂ। ਹੁਣ ਇਹ ਮੰਡਲੀ ਉਸ ਸੱਜਣ ਮਹਾਤਮਾ ਦੇ ਪੈਰਾਂ ਤੇ ਗਿਰ ਗਈ ਸੀ ਅਤੇ ਉਹਨਾਂ ਦਾ ਧੰਨਵਾਦ ਕਰ ਰਹੀ ਸੀ। ਇਸ ਮੰਡਲੀ ਨੂੰ ਉਸ ਸੱਜਣ ਪਰਾਕਰਮੀ ਮਹਾਤਮਾ ਨੇ ਆਪਣੇ ਪਿੱਛੇ ਆਉਣ ਦਾ ਇਸ਼ਾਰਾ ਕਰਕੇ ਅੱਗੇ ਵਧਣ ਲੱਗੇ। ਲਗਭਗ 10 ਮਿੰਟ ਚੱਲਣ ਦੇ ਬਾਅਦ ਇਹ ਮੰਡਲੀ ਇੱਕ ਕੁਟੀਆ ਦੇ ਕੋਲ ਪਹੁੰਚ ਚੁੱਕੀ ਸੀ। ਉੱਥੇ ਡਰ ਦਾ ਕੋਈ ਨਾਮੋ ਨਿਸ਼ਾਨ ਨਹੀਂ ਸੀ, ਮਾਨਸਿਕ ਸ਼ਾਂਤੀ ਸੀ। ਉਸ ਮਹਾਤਮਾ ਨੇ ਇਹਨਾਂ ਲੋਕਾਂ ਨੂੰ ਕੁਟੀਆ ਦੇ ਅੰਦਰ ਆਉਣ ਦਾ ਇਸ਼ਾਰਾ ਕੀਤਾ। ਕੁਟੀਆ ਵਿੱਚ ਪਹੁੰਚ ਕੇ ਇਹਨਾਂ ਲੋਕਾਂ ਨੇ ਆਪਣਾ ਸਾਜੋ ਸਮਾਨ ਰੱਖਿਆ ਅਤੇ ਚੈਨ ਦੀ ਸਾਂਸ ਲਿੱਤੀ। ਫਿਰ ਬਾਬਾ ਨੇ ਇਸ਼ਾਰੇ ਦੇ ਨਾਲ ਇਹਨਾਂ ਨੂੰ ਖਾਣੇ ਦੇ ਲਈ ਪੰਗਤ ਬਣਾਉਣ ਲਈ ਕਿਹਾ। ਕੁਟੀਆ ਦੇ ਅੰਦਰ ਤੋਂ ਇੱਕ ਦੂਸਰੇ ਮਹਾਤਮਾ ਨਿਕਲੇ ਅਤੇ ਉਹਨਾਂ ਨੇ ਕਿਸੇ ਪੇੜ ਦੇ ਪੱਤੇ ਨੂੰ ਪੱਤਲ ਦੇ ਰੂਪ ਵਿੱਚ ਇਹਨਾਂ ਲੋਕਾਂ ਦੇ ਅੱਗੇ ਰੱਖਿਆ। ਫਿਰ ਉਸ ਮਹਾਤਮਾ ਨੇ ਉਸ ਪੱਤਲ ਤੇ ਕੁਝ ਅਲੱਗ-ਅਲੱਗ ਪੇੜਾਂ ਦੇ ਪੱਤੇ ਰੱਖੇ। ਐਸਾ ਕਰਦੇ ਸਮੇਂ ਉਸ ਮੰਡਲੀ ਨੂੰ ਬਹੁਤ ਅਜੀਬ ਲੱਗ ਰਿਹਾ ਸੀ। ਕਿਸੇ ਵਿੱਚ ਹਿੰਮਤ ਨਹੀਂ ਸੀ ਕਿ ਬਾਬੇ ਤੋਂ ਕੁਝ ਪੁੱਛੇ। ਫਿਰ ਉਸ ਮਹਾਤਮਾ ਨੇ ਕਮੰਡਲ ਤੋਂ ਜਲ ਲਿਆ ਅਤੇ ਕੁਝ ਮੰਤਰ ਬੁੱਧ-ਬੁਦਾ ਕੇ ਛਿੜਕ ਦਿੱਤਾ। ਉਸੇ ਵੇਲੇ ਇਹ ਕੀ ਹੁਣ ਤਾਂ ਇਹ ਪੱਤਲ ਥਾਲ ਬਣ ਚੁੱਕੇ ਸੀ ਅਤੇ ਮੰਡਲੀ ਦੇ ਹਰ ਵਿਅਕਤੀ ਦੇ ਇੱਛਾ ਅਨੁਸਾਰ ਉਸ ਦੇ ਵਿੱਚ ਪਕਵਾਨ ਪਏ ਹੋਏ ਸੀ। ਫਿਰ ਬਾਬੇ ਦਾ ਇਸ਼ਾਰਾ ਮਿਲਦੇ ਹੀ ਬਿਨਾਂ ਕੋਈ ਪ੍ਰਸ਼ਨ ਕੀਤੇ ਇਹ ਮੰਡਲੀ ਖਾਣਾ ਖਾਣ ਲੱਗੀ। ਖਾਣਾ ਖਾਣ ਦੇ ਬਾਅਦ ਬਾਬੇ ਦਾ ਇਸ਼ਾਰਾ ਪਾ ਕੇ ਉਹ ਮੰਡਲੀ ਉੱਥੇ ਹੀ ਸੌ ਗਈ। ਪਰ ਸਭ ਲੋਕ ਸੌਣ ਦਾ ਨਾਟਕ ਕਰ ਰਹੇ ਸੀ। ਨੀਂਦ ਕਿਸੇ ਦੀ ਵੀ ਅੱਖਾਂ ਵਿੱਚ ਨਹੀਂ ਸੀ। ਇਸ ਕੁਟੀਆ ਵਿੱਚ ਦੂਰ ਤੱਕ ਡਰ ਨਹੀਂ ਸੀਗਾ, ਪਰ ਬਾਬੇ ਦੇ ਕਾਰਨਾਮੇ ਦੇਖ ਕੇ ਇਹ ਲੋਕ ਹੈਰਾਨ ਸੀ ਅਤੇ ਸੋਚ ਰਹੇ ਸੀ ਕਿ ਸਵੇਰ ਬਾਬਾ ਜੀ ਤੋਂ ਇਸ ਸਭ ਬਾਰੇ ਜਾਣਕਾਰੀ ਲਵਾਂਗੇ। ਸਵੇਰ ਜਦ ਸੂਰਜ ਦੀ ਕਿਰਨਾਂ ਇਸ ਮੰਡਲੀ ਦੇ ਚਿਹਰੇ ਤੇ ਪਈਆਂ ਤਾਂ ਇਹਨਾਂ ਦੀ ਨੀਂਦ ਖੁੱਲੀ। ਮੰਡਲੀ ਦਾ ਹਰ ਵਿਅਕਤੀ ਬਹੁਤ ਹੀ ਹੈਰਾਨ ਸੀ, ਕਿਉਂਕਿ ਉੱਥੇ ਨਾ ਤਾਂ ਕੋਈ ਕੁਟੀਆ ਸੀ ਅਤੇ ਨਾ ਹੀ ਰਾਤ ਵਾਲੇ ਬਾਬਾ ਜੀ। ਔਰ ਇਹ ਲੋਕ ਵੀ ਥੱਲੇ ਹੀ ਪਏ ਹੋਏ ਸੀ ਘਾਸ ਫੂਸ ਦੇ ਉੱਤੇ। ਹੁਣ ਇਹਨਾਂ ਨੂੰ ਸਮਝ ਵਿੱਚ ਨਹੀਂ ਆ ਰਿਹਾ ਸੀ ਕਿ ਉਹ ਕੁਟੀਆ ਅਤੇ ਬਾਬਾ ਜੀ ਕਿੱਥੇ ਗਏ। ਖੈਰ, ਹੁਣ ਇਹਨਾਂ ਲੋਕਾਂ ਦੇ ਕੋਲ ਕੋਈ ਹੋਰ ਚਾਰਾ ਨਹੀਂ ਸੀ। ਥੋੜ੍ਹਾ ਬਹੁਤ ਇੱਧਰ ਉੱਧਰ ਛਾਣਬੀਨ ਕਰਨ ਦੇ ਬਾਅਦ ਇਹਨਾਂ ਨੂੰ ਰਾਸਤਾ ਵੀ ਮਿਲ ਗਿਆ ਅਤੇ ਇਹ ਲੋਕ ਮੇਲੇ ਵਿੱਚ ਵਾਪਸ ਆ ਗਏ। ਮੇਲੇ ਵਿੱਚ ਵਾਪਸ ਆਉਣ ਦੇ ਬਾਅਦ ਇਹ ਲੋਕ ਕਾਲੀ ਮਾਤਾ ਦੇ ਪੁਜਾਰੀ ਦੇ ਕੋਲ ਉਸ ਨੂੰ ਮਿਲ ਕੇ ਉਸ ਨੂੰ ਸਾਰੀ ਘਟਨਾ ਦੱਸੀ। ਪੁਜਾਰੀ ਬਾਬਾ ਨੇ ਇੱਕ ਲੰਬੀ ਸਾਹ ਲੈਂਦੇ ਹੋਏ ਕਿਹਾ ਕਿ ਉਹ ਦਿਵਯ ਆਤਮਾ ਜੋ ਇਸ ਜੰਗਲ ਵਿੱਚ ਰਹਿੰਦੀ ਹੈ ਉਹ ਕੇਵਲ ਰਾਤ ਵਿੱਚ ਹੀ ਅਤੇ
ਉਹ ਵੀ ਪੁੱਲੇ ਪਟਕੇ ਲੋਕਾਂ ਨੂੰ ਹੀ ਨਜ਼ਰ ਆਉਂਦੀ ਹੈ ਅਤੇ ਉਹਨਾਂ ਦਾ ਰਾਤ ਵਿੱਚ ਸਹਾਰਾ ਬਣ ਕੇ ਫਿਰ ਪਤਾ ਨਹੀਂ ਕਿੱਥੇ ਗਾਇਬ ਹੋ ਜਾਂਦੀ ਹੈ। ਉਸ ਪੁਜਾਰੀ ਬਾਬਾ ਨੇ ਦੱਸਿਆ ਕਿ ਐਸੀ ਘਟਨਾਵਾਂ ਉਹਨਾਂ ਨੂੰ ਕਾਫੀ ਸ਼ਰਧਾਲੂਆਂ ਨੇ ਸੁਣਾ ਚੁੱਕੇ ਹਨ। ਇੰਨਾ ਹੀ ਨਹੀਂ, ਉਹਨਾਂ ਨੇ ਕਈ ਵਾਰ ਦਿਨ ਦੇ ਉਜਾਲੇ ਵਿੱਚ 9-10 ਲੋਕਾਂ ਦੇ ਨਾਲ ਇਸ ਜੰਗਲ ਦਾ ਕੋਨਾ ਛਾਨ ਮਾਰਿਆ ਹੈ, ਪਰ ਕਦੇ ਵੀ ਨਾ ਤਾਂ ਉਹ ਮਹਾਤਮਾ ਮਿਲੇ ਅਤੇ ਨਾ ਹੀ ਐਸੀ ਕੋਈ ਕੁਟਿਆ ਹੀ ਦਿਖੀ। ਖੈਰ, ਇਹ ਮੰਡਲੀ ਤਾਂ ਕੁਝ ਹੋਰ ਹੀ ਕਰਨਾ ਚਾਹੁੰਦੀ ਸੀ। ਇਸ ਮੰਡਲੀ ਨੇ ਫਿਰ ਹਿੰਮਤ ਕਰਕੇ ਰਾਤ ਨੂੰ ਜੰਗਲ ਵਿੱਚ ਨਿਕਲ ਗਈ। ਮੰਡਲੀ ਚਾਹੁੰਦੀ ਸੀ ਕਿ ਉਹਨਾਂ ਨੂੰ ਬੁਰੀ ਆਤਮਾਵਾਂ ਸਤਾਉਣ ਅਤੇ ਬਾਬਾ ਜੀ ਫਿਰ ਆ ਕੇ ਉਹਨਾਂ ਦੀ ਰੱਖਿਆ ਕਰਨ। ਇਸੇ ਬਹਾਨੇ ਇਹ ਮੰਡਲੀ ਇਹ ਚਾਹੁੰਦੀ ਸੀ ਕਿ ਬਾਬਾ ਜੀ ਦੇ ਦਿਖਦੇ ਹੀ ਉਹਨਾਂ ਦੇ ਪੈਰਾਂ 'ਤੇ ਗਿਰ ਕੇ ਕੁਝ ਰਹੱਸਿਆਂ ਤੋਂ ਜਾਣਕਾਰੀ ਲਈ ਜਾਏਗੀ। ਬਾਬਾ ਜੀ ਤੋਂ ਹੱਥ ਜੋੜ ਕੇ ਪ੍ਰਾਰਥਨਾ ਕੀਤੀ ਜਾਏਗੀ ਕਿ ਉਹ ਕੁਝ ਅਣਸੁਲਝੇ ਪ੍ਰਸ਼ਨਾਂ ਦਾ ਉੱਤਰ ਦੇਣ। ਪਰ ਇਹ ਕੀ, ਹੁਣ ਇਹ ਲੋਕ ਜੰਗਲ ਵਿੱਚ ਕੁਝ ਦੂਰ ਹੀ ਅੱਗੇ ਵਧੇ ਸੀ ਕਿ ਜੋ ਬਾਬਾ ਰਾਤ ਨੂੰ ਇਹਨਾਂ ਲਈ ਪੱਤਲ ਲੈ ਕੇ ਆਏ ਸੀ, ਉਹ ਸਾਹਮਣੇ ਤੋਂ ਦੇਖ ਗਏ ਅਤੇ ਬੋਲੇ, ਤੁਸੀਂ ਲੋਕਾਂ ਦੇ ਮਨ ਵਿੱਚ ਜੋ ਵੀ ਚੱਲ ਰਿਹਾ ਹੈ ਉਹ ਸਾਨੂੰ ਪਤਾ ਹੈ, ਪਰ ਐਸੀ ਭੁੱਲ ਨਾ ਕਰੋ, ਕੁਝ ਚੀਜ਼ਾਂ ਨੂੰ ਰਹੱਸ ਹੀ ਰਹਿਣ ਦਿਓ। ਅਤੇ ਸਭ ਤੋਂ ਅਹਿਮ ਗੱਲ ਇਹ ਹੈ ਕਿ ਸਾਡੇ ਵੇ ਗੁਰੂ ਜੀ ਇਸ ਜੰਗਲ ਵਿੱਚ ਇਸੇ ਮਾਤਾ ਦੇ ਦਰਸ਼ਨ ਕਰਨ ਲਈ ਆਏ ਸੀ, ਪਰ ਰਾਤ ਨੂੰ ਜੰਗਲ ਵਿੱਚ ਕੁਝ ਡਾਕੂਆਂ ਨੇ ਸਾਡੀ ਹੱਤਿਆ ਕਰ ਦਿੱਤੀ ਸੀ। ਫਿਰ ਅਸੀਂ ਕਦੇ ਇਸ ਜੰਗਲ ਨੂੰ ਛੱਡ ਕੇ ਨਹੀਂ ਗਏ ਅਤੇ ਰਾਤ ਭਰ ਸ਼ਰਧਾਲੂਆਂ ਨੂੰ ਡਾਕੂਆਂ ਅਤੇ ਬੁਰੀ ਆਤਮਾਵਾਂ ਤੋਂ ਬਚਾਉਂਦੇ ਰਹਿੰਦੇ ਹਾਂ। ਜੈ ਬਾਬਾ ਵਿਸ਼ਵਨਾਥ, ਜੈ ਮਾਂ ਕਾਲੀ। ਤੋ ਦੇਖਿਆ ਦੋਸਤੋ, ਕਿਵੇਂ ਇੱਕ ਸੱਜਣ ਆਤਮਾ ਲੋਕਾਂ ਦੀ ਭਲਾਈ ਕਰਦੀ ਹੈ। ਐਵੇਂ ਬਹੁਤ ਚੰਗੇ ਲੋਕ ਹਨ ਜੋ ਅੱਜ ਵੀ ਆਪਣੀ ਅੱਛਾਈ ਤੋਂ ਸਮਾਜ ਵਿੱਚ ਲੋਕਾਂ ਦਾ ਭਲਾ ਕਰ ਰਹੇ ਹਨ, ਔਰ ਸ਼ਾਇਦ ਇਹਨਾਂ ਦੇ ਹੀ ਕਾਰਨ ਅੱਜ ਵੀ ਭਗਵਾਨ ਤੇ ਵਿਸ਼ਵਾਸ ਕਾਇਮ ਹੈ। ਦੋਸਤੋ, ਤੁਸੀਂ ਆਪਣੀ ਕਹਾਣੀ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ। ਬਾਕੀ ਤੁਸੀਂ ਇਸ ਕਹਾਣੀ ਬਾਰੇ ਕੀ ਸੋਚਦੇ ਹੋ, ਕਮੈਂਟ ਕਰਕੇ ਦੱਸੋ। ਅਸੀਂ ਤੁਹਾਡੇ ਕਮੈਂਟਾਂ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰਾਂਗੇ। ਜੇ ਸਾਡੇ ਚੈਨਲ ਤੇ ਤੁਸੀਂ ਨਵੇਂ ਹੋ ਤਾਂ ਸਬਸਕ੍ਰਾਈਬ ਕਰਨਾ ਨਾ ਭੁੱਲੋ, ਤਾਂ ਕਿ ਸਾਡਾ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚੇ। ਅਤੇ ਸਾਡੇ ਹੋਰ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਸਾਹਮਣੇ ਦਿਖ ਰਹੇ ਵੀਡੀਓ ਤੇ ਕਲਿੱਕ ਕਰਕੇ ਜ਼ਰੂਰ ਦੇਖੋ, ਤੁਹਾਨੂੰ ਇਹ ਵੀ ਪਸੰਦ ਆਉਣਗੇ। ਤਾਂ ਫਿਰ ਚਲਦੇ ਹਾਂ, ਛੇਤੀ ਹੀ ਫਿਰ ਮਿਲਾਂਗੇ ਇੱਕ ਹੋਰ ਸੱਚੀ ਕਹਾਣੀ ਦੇ ਨਾਲ। ਤਦ ਤੱਕ ਲਈ ਗੁੱਡ ਬਾਏ।